बीए भाग दूजा पंजाबी लाजमी व्याकरणिक इकाइयां वाला टॉपिक साडा चल रहा है। व्याकरणिक इकाइयां दी जिहड़ी भूमिका है उसी कर चुके हैं। ਉਹਦੇ ਵਿੱਚ ਅੱਗੋਂ ਅਸੀਂ ਨੇ ਵਿਆਕਰਨਿਕ ਇਕਾਈਆਂ ਜਿੰਨੀਆਂ ਹੈਗੀਆਂ ਨੇ ਉਹ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਬਾਰੇ ਡਿਸਕਸ਼ਨ ਕਰਨੀ ਹੈ। ਵਿਆਕਰਨਿਕ ਇਕਾਈਆਂ ਦੇ ਵਿੱਚ ਸਭ ਤੋਂ ਵੱਡੀ ਇਕਾਈ ਵਿਆਕਰਨਿਕ ਇਕਾਈ ਜਿਹੜੀ ਹੈਗੀ ਹੈ ਵਾਕ। ਅੱਜ ਅਸੀਂ ਵਾਕ ਬਾਰੇ ਗੱਲ ਕਰਾਂਗੇ। ਵਾਕ ਭਾਸ਼ਾ ਦੀ ਵਿਆਕਰਨਿਕ ਪੱਧਰ ਤੇ ਸਭ ਤੋਂ ਵੱਡੀ ਇਕਾਈ ਜਿਹੜੀ ਹੈ ਵਿਆਕਰਨਿਕ ਇਕਾਈ ਮੰਨੀ ਗਈ ਹੈ। ਭਾਸ਼ਾ ਵਿਗਿਆਨੀ ਬਲੂਮਫੀਲਡ ਕੀ ਕਹਿੰਦਾ ਹੈ ਕਿ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ ਜੋ ਕਿਸੇ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ। ਹੁਣ ਜਿਹੜਾ ਵੱਡਾ ਭਾਸ਼ਾਈ ਰੂਪ ਹੈ, ਜਦੋਂ ਅਸੀਂ ਵਿਆਕਰਨਿਕ ਇਕਾਈਆਂ ਦਾ ਜਿਹੜੀ ਡਾਇਗਰਾਮ ਬਣਾਇਆ ਸੀ ਉਹਦੇ ਵਿੱਚ ਅਸੀਂ ਸਭ ਤੋਂ ਵੱਡੀ ਇਕਾਈ ਵਾਕ ਮੰਨਿਆ, ਤਾਂ ਇਸ ਲਈ ਵਾਕ ਤੋਂ ਵੱਡੀ ਕੋਈ ਇਕਾਈ ਜਿਹੜੀ ਹੈ ਉਹ ਨਹੀਂ ਹੈ। ਇਸ ਲਈ ਕਿਹਾ ਗਿਆ ਕਿ ਇਹ ਸੁਤੰਤਰ ਹੈ, ਇਹ ਕਿਸੇ ਹੋਰ ਦੇ ਅਧੀਨ ਨਹੀਂ ਹੁੰਦੀ ਕਿਉਂਕਿ ਖੁਦ ਸਭ ਤੋਂ ਵੱਡੀ ਹੈ। ਤਾਂ ਸਭ ਤੋਂ ਵੱਡਾ ਭਾਸ਼ਾਈ ਰੂਪ ਜਿਹੜਾ ਹੈ ਇਸ ਤੋਂ ਕੋਈ ਹੋਰ ਨਹੀਂ ਹੈ। ਇਸ ਲਈ ਵਾਕ ਨੂੰ ਬਲੂਮਫੀਲਡ ਕਿਵੇਂ ਡਿਫਾਈਨ ਕਰਦਾ ਹੈ ਕਿ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ ਜੋ ਕਿਸੇ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ। ਅੱਗੇ ਲਾਇਨਸ ਦਾ ਜਿਹੜਾ ਹੈ ਉਹ ਕੀ ਕਹਿਣਾ ਹੈ। ਲਾਇਨਸ ਕਹਿੰਦਾ ਹੈ ਕਿ ਜਿਹੜਾ ਵਾਕ ਹੈ ਉਹ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ। ਜਦੋਂ ਅਸੀਂ ਵਿਆਕਰਨਕ ਵਿਸ਼ਲੇਸ਼ਣ ਕਰਦੇ ਹਾਂ ਭਾਸ਼ਾ ਦਾ ਤਾਂ ਉਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਜਿਹੜੀ ਇਕਾਈ ਮਿਲਦੀ ਹੈ ਉਹ ਹੈਗਾ ਵਾਕ। ਤੇ ਡਾਕਟਰ ਹਰਕੀਰਤ ਸਿੰਘ ਕੀ ਕਹਿੰਦੇ ਨੇ, ਕਿਵੇਂ ਡਿਫਾਈਨ ਕਰਦੇ ਨੇ ਵਾਕ ਨੂੰ, ਉਹ ਕੀ ਕਹਿੰਦੇ ਨੇ ਕਿ ਅਜਿਹਾ ਬੋਲ ਜੋ ਸਾਡੇ ਮੂੰਹ ਦੇ ਵਿੱਚੋਂ ਜਿਹੜਾ ਨਿਕਲਦਾ ਹੈ, ਸਿਰਜਿਆ ਜਾਂਦਾ ਹੈ ਬੋਲ ਮਨੁੱਖ ਦੁਆਰਾ, ਭਾਸ਼ਾਈ ਬੋਲ ਹੈ। ਅਜਿਹਾ ਬੋਲ ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ, ਕਿਸੇ ਹੋਰ ਬੋਲ ਦੀ ਉਹਨੂੰ ਲੋੜ ਨਹੀਂ ਹੈ। ਪਹਿਲਾਂ ਵੀ ਅਸੀਂ ਕਰਕੇ ਆਏ ਕਿ ਸੁਤੰਤਰ ਇਕਾਈ ਹੈ ਇਹ, ਠੀਕ ਹੈ। ਇਸ ਲਈ ਜਿਸ ਨੂੰ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ ਉਹ ਸੁਤੰਤਰ ਹੁੰਦਾ ਹੈ। ਤਾਂ ਇੱਥੇ ਕੀ ਕਿਸੇ ਹੋਰ ਦੂਜੇ ਬੋਲ ਦੀ ਸਹਾਇਤਾ ਦੇ, ਬਿਨਾਂ ਕਿਸੇ ਹੋਰ ਬੋਲ ਜਿਹੜਾ ਹੈ ਉਹਦੀ ਸਹਾਇਤਾ ਦੇ ਪੂਰੇ ਅਰਥ ਦਿੰਦਾ ਹੋਵੇ, ਪੂਰੇ ਅਰਥ ਉਹ ਸੰਚਾਰਿਤ ਕਰਦਾ ਹੋਵੇ, ਉਹਦਾ ਕੋਈ ਮਤਲਬ ਨਿਕਲਦਾ ਹੋਵੇ, ਉਸ ਨੂੰ ਵਾਕ ਕਿਹਾ। ਪਤੰਜਲੀ ਕੀ ਕਹਿੰਦਾ ਹੈ ਕਿ ਪੂਰਨ ਅਰਥਾਂ ਦੇ, ਕੋਈ ਵੀ ਉਹਦੇ ਵਿੱਚ ਅਰਥਾਂ ਦੇ ਵਿੱਚ ਗੜਬੜੀ ਜਾਂ ਅਰਥਾਂ ਦੇ ਵਿੱਚ ਰੁਕਾਵਟ ਨਾ ਆਵੇ। ਜੇ ਰੁਕਾਵਟ ਨਹੀਂ ਆਉਂਦੀ ਇਹਦਾ ਮਤਲਬ ਕੀ ਹੈ ਕਿ ਉਹ ਸੁਤੰਤਰ ਆਪਣੇ ਪੱਧਰ ਤੇ ਕੰਮ ਕਰ ਸਕਦਾ ਹੈ, ਪੂਰਾ ਕੰਮ ਜਿਹੜਾ ਕਰ ਸਕਦਾ ਹੈ ਸੰਚਾਰ ਦਾ। ਪੂਰਨ ਅਰਥਾਂ ਦੇ ਸੰਚਾਰ ਕਰਨ ਵਾਲੇ ਸ਼ਬਦ ਸਮੂਹ ਨੂੰ ਵਾਕ ਸ਼ਬਦਾਂ ਦਾ ਸਮੂਹ ਹੈ। ਇੱਕ ਤੋਂ ਵਧੇਰੇ ਜਿਹੜੇ ਨੇ ਉਹਦੇ ਵਿੱਚ ਸ਼ਬਦ ਹੁੰਦੇ ਨੇ ਤਾਂ ਉਹ ਸ਼ਬਦ ਸਮੂਹ ਕਿਹਾ। ਕਿਹੋ ਜਿਹਾ ਸ਼ਬਦ ਸਮੂਹ ਜਿਹੜਾ ਕਿ ਪੂਰਨ ਅਰਥਾਂ ਦਾ ਸੰਚਾਰ ਕਰਨ ਦੇ ਸਮਰੱਥ ਹੋਵੇ, ਉਸ ਨੂੰ ਉਸਨੇ ਵਾਕ ਕਿਹਾ। ਤਾਂ ਇਹ ਸਾਡੀ ਹੈਗੀ ਜਿਹੜੀ ਹੈ ਵਾਕ ਦੀ ਡੈਫੀਨੇਸ਼ਨ। ਅਸੀਂ ਹਰੇਕ ਵਿਆਕਰਨਿਕ ਇਕਾਈ ਨੂੰ ਇਸੇ ਤਰੀਕੇ ਨਾਲ ਡਿਫਾਈਨ ਕਰਨਾ ਹੈ। ਅੱਗੇ ਹੈ ਕਿ ਇਹਨਾਂ ਸਾਰੀਆਂ ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਇਹ ਕਹਿ ਪਾਵਾਂਗੇ ਕਿ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਜਾਂ ਵੱਡੀ ਤੋਂ ਵੱਡੀ ਸੁਤੰਤਰ ਤੇ ਸਾਰਥਕ ਇਕਾਈ ਹੈ। ਅਰਥਾਂ ਸਮੇਤ ਆਉਂਦੀ ਹੈ, ਸੁਤੰਤਰ ਵੀ ਹੈ ਤੇ ਸਾਰਥਕ ਵੀ ਹੈ, ਜੋ ਆਪਣੇ ਤੋਂ ਵੱਡੀ ਕਿਸੇ ਹੋਰ ਇਕਾਈ ਦਾ ਭਾਗ ਨਹੀਂ ਬਣ ਸਕਦੀ ਕਿਉਂਕਿ ਖੁਦ ਹੀ ਸਭ ਤੋਂ ਵੱਡੀ ਹੈ। ਸਗੋਂ ਹੋਰ ਇਕਾਈਆਂ ਇਹਦਾ ਭਾਗ ਬਣਦੀਆਂ ਨੇ। ਹੋਰ ਇਕਾਈਆਂ ਕਿਹੜੀਆਂ? ਜਿਹੜੀਆਂ ਵਾਕ ਤੋਂ ਛੋਟੀਆਂ ਇਕਾਈਆਂ ਨੇ। ਆਪਣੀ ਡਾਇਗਰਾਮ ਜਿਹੜੀ ਪਹਿਲੇ ਲੈਕਚਰ ਦੇ ਵਿੱਚ ਉਹਦੇ ਚ ਸਪਸ਼ਟ ਦਿਖਦਾ ਹੈ ਕਿ ਉਪਵਾਕ ਇਹਦਾ ਹਿੱਸਾ ਹੋ ਸਕਦਾ ਹੈ, ਠੀਕ ਹੈ, ਵਾਕੰਸ਼ ਇਹਦਾ ਹਿੱਸਾ ਹੋ ਸਕਦੇ ਨੇ, ਸ਼ਬਦ ਇਹਦਾ ਹਿੱਸਾ ਹੋ ਸਕਦੇ ਨੇ, ਪਰ ਇਹ ਕਿਉਂਕਿ ਸਭ ਤੋਂ ਵੱਡਾ ਹੈ ਇਸ ਲਈ ਇਹ ਆਪਣੀਆਂ ਛੋਟੀਆਂ ਇਕਾਈਆਂ ਦੇ ਵਿੱਚ ਸਮਾ ਨਹੀਂ ਸਕਦਾ, ਇਸ ਲਈ ਇਹ ਸੁਤੰਤਰ ਹੈ, ਕੰਪਲੀਟ ਹੈ ਇਹ। ਤਾਂ ਅੱਗੋਂ ਅਸੀਂ ਵਾਕਾਂ ਦਾ ਜਿਹੜਾ ਵਰਗੀਕਰਨ ਕਰਾਂਗੇ ਰੂਪ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ। ਦੋ ਪੱਧਰ ਜਿਹੜੇ ਨੇ ਹਰੇਕ ਥਾਂ ਤੇ ਅਸੀਂ ਲੈ ਕੇ ਆਉਂਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਰੂਪ ਦੇ ਆਧਾਰ ਤੇ ਜਿਹੜਾ ਹੈ ਉਹ ਇਹਦੀ ਵੰਡ ਕਰਾਂਗੇ। ਰੂਪ ਦੇ ਆਧਾਰ ਤੇ ਵਾਕਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਸਿੰਪਲੀ ਵੰਡ ਹੈ, ਡਾਇਗਰਾਮ ਦੇ ਨਾਲ ਇੰਟਰਸਟਿੰਗ ਵੀ ਬਣ ਜਾਂਦੀ ਹੈ ਤੇ ਦੂਜੀ ਗੱਲ ਸਪਸ਼ਟ ਵੀ ਹੋ ਜਾਂਦੀ ਹੈ ਤੇ ਸਾਡੀ ਜਿਹੜੀ ਹੈ ਅਟੈਂਪਟ ਹੈ ਉਹ ਖੂਬਸੂਰਤ ਵੀ ਲੱਗਦੀ ਹੈ, ਅਟਰੈਕਟਿਵ ਲੱਗਦੀ ਹੈ। ਤਾਂ ਇਹ ਸਿੰਪਲੀ ਹੈ ਕਿ ਵਾਕ ਪਹਿਲਾ ਸਧਾਰਨ ਵਾਕ, ਦੂਸਰਾ ਸੰਯੁਕਤ ਵਾਕ, ਤੀਜਾ ਮਿਸ਼ਰਿਤ ਵਾਕ। ਇਹ 3 ਕਿਸਮਾਂ ਨੇ। ਹੁਣ ਇਹਨਾਂ ਨੂੰ ਅਸੀਂ ਡਿਫਾਈਨ ਕਰਾਂਗੇ ਤੇ ਐਗਜ਼ਾਮਪਲ ਲਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਹੈ ਸਧਾਰਨ ਵਾਕ। ਹੁਣ ਸਧਾਰਨ ਵਾਕ ਦੀ ਡੈਫੀਨੇਸ਼ਨ, ਇਹ ਜਿਹੜੇ ਆਪਣੇ ਛੋਟੇ ਸਵਾਲ ਨੇ ਉਹਨਾਂ ਦੇ ਵਿੱਚ ਵੀ ਇਹ ਡੈਫੀਨੇਸ਼ਨਸ ਛੋਟੀਆਂ ਕਈ ਵਾਰੀ ਪੁੱਛ ਲਈਆਂ ਜਾਂਦੀਆਂ ਨੇ। ਸਧਾਰਨ ਵਾਕ ਕਿਸ ਨੂੰ ਕਹਿੰਦੇ ਨੇ? ਜਿਸ ਵਾਕ ਵਿੱਚ ਇੱਕ ਹੀ ਉਦੇਸ਼ ਤੇ ਇੱਕ ਹੀ ਵਿਧੇ ਹੋਵੇ। ਹੁਣ ਜਿਹੜਾ ਉਦੇਸ਼ ਤੇ ਵਿਧੇ ਹੈ
ਇਹ ਆਪਾਂ ਪਹਿਲਾਂ ਕਰਕੇ ਆਏ ਆ ਕਿ ਉਦੇਸ਼ ਕਿਸ ਨੂੰ ਕਹਿੰਦੇ ਆ ਤੇ ਵਿਧੇ ਕਿਸ ਨੂੰ ਕਹਿੰਦੇ ਆ। ਹੁਣ ਵਿਧੇਯ ਵੀ ਇਸ ਨੂੰ ਕਿਹਾ ਜਾਂਦਾ, ਭਾਵੇਂ ਵਿਧੇ ਹੋਵੇ ਵਿਧੇਯ ਹੋਵੇ, ਦੋਨੋਂ ਸ਼ਬਦ ਜਿਹੜੇ ਨੇ ਬੇਟੇ ਠੀਕ ਨੇ। ਵਿਧੇਯ ਵੀ ਸ਼ਬਦ ਐੜੇ ਨਾਲ ਵੀ ਯੂਜ਼ ਕਰਦੇ ਨੇ ਭਾਸ਼ਾ ਵਿਗਿਆਨੀ, ਵਿਧੇ ਵੀ ਹੈ। ਤਾਂ ਉਦੇਸ਼ ਤੇ ਇੱਕ ਵਿਧੇ, ਇੱਕ ਉਦੇਸ਼ ਤੇ ਇੱਕ ਵਿਧੇ ਜਿਹਦੇ ਵਿੱਚ ਹੋਵੇ ਉਸ ਨੂੰ ਅਸੀਂ ਜਿਹੜਾ ਸਧਾਰਨ ਵਾਕ ਕਹਿੰਦੇ ਆ। ਜੇਕਰ ਅਸੀਂ ਯਾਦ ਹੋਵੇ ਤੁਹਾਨੂੰ ਪਿਛਲੀਆਂ ਜਮਾਤਾਂ ਦੇ ਵਿੱਚ ਵੀ ਅਸੀਂ ਸਿੰਪਲੀ ਭਾਸ਼ਾ ਦੇ ਵਿੱਚ ਕਈ ਵਾਰ ਇਹ ਕਹਿ ਦਿੰਦੇ ਆ ਕਿ ਉਦੇਸ਼ ਨੂੰ ਅਸੀਂ ਨਾਂਵ ਵਾਕਾਂਸ਼ ਕਹਿ ਦਿੰਦੇ ਆ ਤੇ ਵਿਧੇ ਨੂੰ ਅਸੀਂ ਕਿਰਿਆ ਵਾਕਾਂਸ਼ ਕਹਿ ਦਿੰਦੇ ਆ। ਤਾਂ ਵਾਕ ਦੇ ਦੋ ਹਿੱਸੇ ਨੇ, ਨਾਂਵ ਵਾਕਾਂਸ਼ ਤੇ ਕਿਰਿਆ ਵਾਕਾਂਸ਼। ਇਹ ਅਸੀਂ ਜਿਹੜਾ ਹੈ ਅਗਲੀ ਜਮਾਤ ਦੇ ਵਿੱਚ ਪੜਾਂਗੇ, ਨਾਂਵ ਵਾਕਾਂਸ਼ ਕਿਰਿਆ ਵਾਕਾਂਸ਼ ਕੀ ਹੁੰਦੇ ਨੇ। ਪਰ ਇਹਦੇ ਵਿੱਚ ਅਸੀਂ ਸਿੰਪਲ ਸ਼ਬਦਾਂ ਦੇ ਵਿੱਚ ਅਸੀਂ ਉਦੇਸ਼ ਤੇ ਵਿਧੇ ਕਰ ਲਿਆ। ਉਦੇਸ਼ ਕਿਸ ਨੂੰ ਕਹਿੰਦੇ ਆ? ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਗਈ ਹੋਵੇ, ਇਹ ਅਸੀਂ ਫਸਟ ਈਅਰ ਦੇ ਵਿੱਚ ਸਾਰਾ ਕਰਕੇ ਆਏ ਆ। ਵਿਧੇ ਜਾਂ ਵਿਧੇਯ ਕਿਸ ਨੂੰ ਕਹਿੰਦੇ ਨੇ? ਵਾਕ ਵਿੱਚ ਜੋ ਗੱਲ ਕੀਤੀ ਗਈ ਹੋਵੇ। ਹੁਣ ਇੱਥੇ ਰਚਨਾ ਬਾਰੇ ਗੱਲ ਕੀਤੀ ਗਈ ਹੈ, ਇਸ ਲਈ ਉਦੇਸ਼ ਹੈ। ਰਚਨਾ ਬਾਰੇ ਜੋ ਕੁਝ ਕਿਹਾ ਗਿਆ ਕਿ ਉਹ ਪੜ੍ਹ ਰਹੀ ਹੈ ਜਾਂ ਪੜ੍ਹਦੀ ਹੈ ਤਾਂ ਉਹ ਉਸਦਾ ਵਿਧੇਯ ਹੋ ਗਿਆ। ਇਹ ਸਾਡੇ ਕੋਲ ਸਧਾਰਨ ਵਾਕ ਦੀ ਜਿਹੜੀ ਹੈ ਉਹ ਪਰਿਭਾਸ਼ਾ ਤੇ ਐਗਜ਼ਾਮਪਲ ਹੋ ਗਈ। ਸਧਾਰਨ ਵਾਕ ਦੀ ਬਣਤਰ ਬਿਲਕੁਲ ਸਿੰਪਲ ਹੈ, ਇਕਹਿਰੀ ਬਣਤਰ ਜਿਹੜੀ ਹੈ ਉਹ ਇਹਦੀ ਹੈਗੀ ਹੈ। ਅੱਗੇ ਹੈ ਸਾਡੇ ਕੋਲ ਸੰਯੁਕਤ ਵਾਕ। ਸੰਯੁਕਤ ਵਾਕ। ਹਾਂ, ਸੰਯੁਕਤ ਵਾਕ ਨੂੰ ਕਿਵੇਂ ਡਿਫਾਈਨ ਕਰਾਂਗੇ? ਜਦੋਂ ਇੱਕ ਤੋਂ ਵੱਧ ਸਵਾਧੀਨ ਯਾਨੀ ਕਿ ਸੁਤੰਤਰ ਸਿੰਪਲ ਜਿਹੜੇ ਨੇ ਵਾਕ ਨੇ। ਹੁਣ ਇਹ ਸਿੰਪਲੀ ਅਸੀਂ ਜਿਹੜਾ ਪਿਛਲਾ ਹੁਣੀ ਕਰਿਆ, ਇਹ ਇੱਥੇ ਰੱਖੀ ਆਪਾਂ, ਜੇਕਰ ਦੀ ਪਰਿਭਾਸ਼ਾ ਦੇਖੀਏ ਆ ਸੀਗਾ ਇੱਕ ਇਕਹਿਰੀ ਬਣਤਰ ਹੈ ਨਾ, ਇਹ ਸਧਾਰਨ ਵਾਕ ਹੈ। ਜਿਹੜੇ ਸੰਯੁਕਤ ਵਾਕ ਨੇ ਇਹਦੇ ਵਿੱਚ ਅਜਿਹੀ ਇਕਹਿਰੀ ਬਣਤਰ ਵਾਲੇ ਜਿਹੜੇ ਵਾਕ ਉਪਵਾਕ ਨੇ ਸ਼ਾਮਲ ਹੁੰਦੇ ਨੇ। ਜੇਕਰ ਇਕੱਲੇ ਵਿਚਰਨ ਤਾਂ ਉਹ ਵਾਕ ਵਾਂਗ ਕੰਮ ਕਰਦੇ ਨੇ, ਜੇਕਰ ਕਿਸੇ ਨਾਲ ਜੁੜ ਕੇ ਵਿਚਰ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਹੈ ਆਪਾਂ ਕਹਿ ਲਓ ਕਿ ਥਾਂ ਜਿਹੜੀ ਹੈ ਸੰਯੁਕਤ ਵਾਕ ਵਾਲੀ ਹੋ ਜਾਂਦੀ ਹੈ। ਤਾਂ ਇੱਥੇ ਉਹ ਕਹਿੰਦੇ ਨੇ ਕਿ ਜਦੋਂ ਇੱਕ ਤੋਂ ਵੱਧ ਸਵਾਧੀਨ ਜਾਂ ਸੁਤੰਤਰ ਉਪਵਾਕ ਸਮਾਨ ਯੋਜਕਾਂ ਦੀ ਸਹਾਇਤਾ ਨਾਲ ਜੋੜੇ ਗਏ ਹੋਣ। ਹੁਣ ਇਹ ਜਿਹੜੇ ਨੇ ਯੋਜਕ ਨੇ, ਇਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਕਿ ਯੋਜਕ ਵੀ ਦੋ ਕਿਸਮ ਦੇ ਨੇ। ਯੋਜਕ ਕਿਹੜੇ ਨੇ? ਇੱਕ ਸਮਾਨ ਯੋਜਕ ਹੁੰਦੇ ਨੇ ਜਿਹੜੇ ਸੰਯੁਕਤ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ। ਦੂਸਰੀ ਇਹਨਾਂ ਦੀ ਕੈਟਾਗਰੀ ਹੁੰਦੀ ਹੈ ਅਧੀਨ ਯੋਜਕ, ਜਿਹੜੀ ਕਿ ਪ੍ਰਾਧੀਨ ਵਾਕਾਂ ਨੂੰ ਸੰਯੁਕਤ ਵਾਕਾਂ ਦੇ ਨਾਲ ਜੁੜਨ ਦੇ ਲਈ ਜਿਹੜਾ ਹੈ ਮਦਦ ਕਰਦੇ ਨੇ। ਤਾਂ ਇੱਥੇ ਸੰਯੁਕਤ ਵਾਕ ਕਿਉਂਕਿ ਇੱਕ ਤੋਂ ਵੱਧ ਸਵਾਧੀਨ ਉਪਵਾਕ ਨੇ, ਇਸ ਲਈ ਦੋਨੋਂ ਜਿਹੜੇ ਉਪਵਾਕ ਨੇ ਇਹਨਾਂ ਨੂੰ ਜੋੜੇਗਾ ਸਮਾਨ ਯੋਜਕ, ਕਿਉਂਕਿ ਸਮਾਨ ਯੋਜਕ ਜਿਹੜਾ ਹੈ ਸਵਾਧੀਨ ਉਪਵਾਕਾਂ ਨਾਲ ਲੱਗਦੇ ਨੇ। ਮਿਸਾਲ ਆਪਣੇ ਸਿੰਪਲ ਇੱਥੇ ਲਈ ਹੈ, ਪ੍ਰੀਤ ਦੀ ਉਮਰ 5 ਸਾਲ ਹੈ, ਸਵਾਧੀਨ ਉਪਵਾਕ ਹੈ। ਇਹ ਆਪਣੇ ਅਰਥਾਂ ਨੂੰ ਕੰਪਲੀਟ ਜਿਹੜਾ ਸੰਚਾਰਿਤ ਕਰਦਾ ਹੈ। ਕੰਵਰ ਪ੍ਰੀਤ ਤੋਂ 2 ਸਾਲ ਛੋਟਾ ਹੈ, ਇੱਥੇ ਕੰਨਾ ਪਾਉਣਾ ਆਪਾਂ ਨੇ, 2 ਸਾਲ ਛੋਟਾ ਹੈ। ਵੇਟ ਅ ਮਿੰਟ, ਇੱਥੇ ਕੰਨਾ ਪੈਣਾ ਚਾਹੀਦਾ ਸੀ ਆਪਣਾ। ਪ੍ਰੀਤ ਦੀ ਉਮਰ 5 ਸਾਲ ਹੈ, ਕੰਵਰ ਪ੍ਰੀਤ ਤੋਂ 2 ਸਾਲ ਛੋਟਾ ਹੈ। ਦੋ ਸੈਂਟੈਂਸ ਨੇ, ਇਹ ਦੋਨੋਂ ਹੀ ਸੁਤੰਤਰ ਨੇ। ਜਦੋਂ ਅਸੀਂ ਇਹਨਾਂ ਨੂੰ ਯੋਜਕ ਨਾਲ ਜੋੜ ਦਿੰਦੇ ਆ ਤਾਂ ਇਹ ਦੋਨੋਂ ਉਪਵਾਕ ਬਣ ਜਾਂਦੇ ਨੇ। ਇਹ ਉਪਵਾਕ ਕਿਹੜੇ ਨੇ? ਸਵਾਧੀਨ ਉਪਵਾਕ। ਇਹਦਾ ਮਤਲਬ ਇਹਨਾਂ ਦੀ ਬਣਤਰ ਕੀ ਹੈ? ਸ ਪਲੱਸ ਸ ਜੁੜਨਗੇ ਕਿਹਦੇ ਨਾਲ? ਯੋਜਕ ਦੇ ਨਾਲ। ਕਿਹੜੇ ਯੋਜਕ ਨਾਲ? ਸਮਾਨ ਯੋਜਕ ਨਾਲ। ਤਾਂ ਅਗਲੀ ਜਿਹੜੀ ਹੈ ਸਾਡੇ ਕੋਲ ਡੈਫੀਨੇਸ਼ਨ ਆਏਗੀ ਮਿਸ਼ਰਿਤ ਦੀ। ਮਿਸ਼ਰਿਤ ਉਪਵਾਕ ਕੀ ਨੇ? ਇਹਨਾਂ ਨੂੰ ਵੀ ਸਾਨੂੰ ਜਿਹੜਾ ਡਿਫਾਈਨ ਕਰਨਾ। ਮਿਸ਼ਰਿਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਹੋਏਗਾ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣਗੇ। ਹੁਣ ਮੁੱਖ ਉਪਵਾਕ ਕਿਹੜਾ ਹੋਏਗਾ? ਸਵਾਧੀਨ ਉਪਵਾਕ। ਸਵਾਧੀਨ ਉਪਵਾਕ, ਠੀਕ ਹੈ। ਤੇ ਫਿਰ ਅੱਗੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹਦੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਅਧੀਨ ਉਪਵਾਕ ਦੇ ਨਾਲ, ਫਿਰ ਅੱਗੇ ਜਿਹੜਾ ਹੈ ਅਧੀਨ ਉਪਵਾਕ ਹੋਏਗਾ। ਇੱਥੇ ਅਧੀਨ ਯੋਜਕ ਲਿਖਣਾ, ਇੱਥੇ ਅਧੀਨ ਉਪਵਾਕ। ਤਾਂ ਇੱਥੇ ਹੈ ਕਿ ਇਹਦਾ ਜਿਹੜਾ ਹੈ ਬਣਤਰ ਉਹ ਇਹ ਵੀ ਹੋ ਸਕਦੀ ਹੈ ਕਿ ਉਹ ਜਿਹੜਾ ਯੋਜਕ ਹੈ ਉਹ ਪਹਿਲਾਂ ਲੱਗਿਆ ਹੋਵੇ ਜਾਂ ਉਹ ਯੋਜਕ ਦੋ ਉਪਵਾਕਾਂ ਦੇ ਵਿਚਕਾਰ ਵੀ ਜਿਹੜਾ ਹੈ ਉਹ ਲੱਗਿਆ ਹੋ ਸਕਦਾ। ਤਾਂ ਜਿਹੜੀ ਰੋਸ਼ਨੀ ਤੇ ਗਰਮੀ ਸਾਨੂੰ ਤਾਰੇ ਜਾਂ ਸੂਰਜ ਤੋਂ ਮਿਲਦੀ ਹੈ ਉਹ ਹਾਈਡਰੋਜਨ ਦੇ ਬਲਣ ਤੋਂ ਪੈਦਾ ਹੁੰਦੀ ਹੈ। ਤਾਂ ਇੱਥੇ ਜਿਹੜਾ ਹੈ ਯੋਜਕ ਅਧੀਨ ਯੋਜਕ ਦੀ ਮਦਦ ਨਾਲ ਜਿਹੜਾ ਹੈ ਅਧੀਨ ਯੋਜਕ ਹੈ ਉਹਦੀ ਮਦਦ ਨਾਲ ਜਿਹੜਾ ਹੈ ਇਹ ਦੋ ਸੈਂਟੈਂਸ ਜੁੜੇ ਹੋਏ ਨੇ, ਜਿਹੜਾ ਕਿ ਇੱਕ ਪ੍ਰਾਧੀਨ ਹੈ, ਦੂਜਾ ਜਿਹੜਾ ਸਵਾਧੀਨ ਹੈ। ਇਸ ਤੋਂ ਅੱਗੇ ਆਪਾਂ ਜਿਹੜਾ ਹੈ